सत्कारयोग गुरु की साजी नवाजी साध संगत जी, सारे गज के फतेह गजाओ आखो जी। वाहिगुरु जी का खालसा वाहिगुरु जी की फतेह। आज असी सारे परम पूज्य ब्रह्म ज्ञानी इस स्थान के बानी महापुरुष सेवा सिमरन परोपकार की मूर्त आवाज श्रीमान सचखंड वासी संत बाबा सुच्चा संगीत महापुरुषों की 16वीं सालाना बरसी के संबंध में अज दीवान प्रारंभ कर रहे हैं। रोज ये दीवान रात्रि से चलने ने 23 तरीक को दीवान भी होना है। 24 को महापुरखा का श्री अकाल तख्त साहिब विखे सवेरे 10 बजे उन्होंने उपाधि प्राप्त होनी है और 24 तरीक रात को जवान सजने ने 25, 26, 27 और 27 तरीक की सारी रात रैन सभाई कीर्तन होना है और महापुरुष की याद में जुड़िए की मिलता है। जे किसी ने बिजनेस सीखना होवे वो बिजनेस का पढ़ता है। दुनिया में बिजनेस करके कामयाब होए लोगों की कहानी पढ़ता है, उन्होंने याद करता है मेरा भी व्यापार करना सौखा हो। उदाहरण बड़िया ने इसी तरह जदों किसी ने रब के चरणों में जुड़ना हो, रब की बख्शिश कर प्राप्त करनी हो, ओदी असीस लैनी हो, मनुखा जीवन सफला करना हो, तो फिर उन्होंने नाम रते रब के चरणों में प्रवान हो चुके महापुरुष की याद में बैठना पैंदा। महापुरुष की याद फिर उसनूं दसदी, उन्होंने जीवन दसदा भी कितनी तपस्या की, किवें तपस्या की, किवें तप साधना की, किवें उहदी बख्शिश होई, किवें उहदियां मेहरां होईयां। एक महापुरुष की प्यारी याद में बैठ के ही प्राप्त होता है। तो आज इस महापुरुष की याद में जुड़े जिन्हों ने बड़े रंग लाए, जिग्यासुआं दे अंदर भाग लाए। गुरु साहब दियां एक ही करदा एक काम जिग्यासुआं दे अंदर चंगा भला जिग्यासुआं दे अंदर खेड़े
ਗੁਰੂ ਸਾਹਿਬ ਦੀਆਂ ਰਹਿਮਤਾਂ ਲੈ ਕੇ ਬੁਲਾਈਆਂ, ਬਾਹਰ ਸੁਭਾਗ ਲਾਏ। ਇਸ ਸਥਾਨ ਲੰਗਰ ਪੰਕਤਾਂ ਚੱਲ ਰਹੀਆਂ ਨੇ, ਵਿਦਿਆਰਥੀ ਪੜ੍ਹ ਰਹੇ ਨੇ, ਨਾਮ ਬਾਣੀ ਸਿੱਖ ਰਹੇ ਨੇ, ਨਾਮ ਬਾਣੀ ਦੁਨੀਆਂ ਨੂੰ ਸੁਣਾ ਰਹੇ ਨੇ। ਇਹ ਸਭ ਲੀਲਾ ਹੈ, ਸਭ ਵਡਿਆਈ ਹੈ ਉਹਨਾਂ ਮਹਾਂਪੁਰਸ਼ਾਂ ਦੀ। ਸਾਰਿਆਂ ਨੇ ਅੱਜ ਜਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਹੈ ਉਹ ਸ਼ਬਦ ਹੈ ਆਸਾ ਮਹੱਲਾ ਪੰਜਵਾਂ। ਸੰਤ ਦੀ ਕੀ ਰਹਿਤ ਹੈ, ਸੰਤ ਕਿਹੋ ਜਿਹਾ ਹੁੰਦਾ ਹੈ, ਪਤਾ ਚੱਲੇਗਾ ਵੀ ਸੰਤ ਕਿਹੋ ਜਿਹਾ ਹੁੰਦਾ ਹੈ, ਉਹਦੀਆਂ ਨਿਸ਼ਾਨੀਆਂ ਕੀ। ਅਰਜਨ ਦੇਵ ਮਹਾਰਾਜ ਜੀ ਵਚਨ ਕਹਿੰਦੇ ਪਹਿਲੀ ਨਿਸ਼ਾਨੀ ਇਹ ਹੈ, ਧਿਆਨ ਨਾਲ ਸੁਣੋ। ਇੱਕ ਸਾਧੂ ਦੀ ਪਹਿਲੀ ਨਿਸ਼ਾਨੀ ਇਹ ਹੈ, ਕਿਹੜੀ? ਇੱਕ ਇੱਕ ਕਰਨਾ। ਪਹਿਲੀ ਆਠ ਪਹਿਰ ਨਿਕਟ ਕਰ ਜਾਣਾ, ਹਰ ਵੇਲੇ ਰੱਬ ਨੂੰ ਅੱਠੇ ਪਹਿਰ ਨੇੜੇ ਜਾਣਦਾ। ਦੂਜੀ ਨਿਸ਼ਾਨੀ ਉਹਦੀ ਕੀ ਹੈ? ਪ੍ਰਭ ਕਾ ਕੀਆ ਮੀਠਾ ਮਨ। ਰੱਬ ਨੇ ਜੋ ਕਰ ਦਿੱਤਾ, ਦੁੱਖ ਦਿੱਤਾ, ਸੁੱਖ ਮਿਲ ਗਿਆ, ਭੁੱਖ ਮਿਲ ਗਈ, ਸਭ ਮਿੱਠਾ ਕਰਕੇ ਮੰਨਦਾ। ਏਕ ਨਾਮ ਸੰਤਨ ਆਧਾਰ, ਇੱਕ ਰੱਬ ਦਾ ਨਾਮ ਉਹਨਾਂ ਦੇ ਜੀਵਨ ਦਾ ਆਧਾਰ ਹੈ, ਆਸਰਾ ਹੈ। ਅਗਲੀ ਗੱਲ ਹੋਏ ਰਹੇ ਸਭ ਕੀ ਪਗਸਾਰ, ਸਾਰਿਆਂ ਦੇ ਪੈਰਾਂ ਦੀ ਧੂੜੀ ਬਣ ਕੇ ਰਹਿੰਦੇ ਨੇ। ਅੱਗੇ ਬਚਨ ਕਹਿੰਦੇ ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਤਲ ਨਾ ਜਾਏ। ਰਹਾਓ ਕਹਿਣ ਲੱਗੇ ਭਾਈ ਸੰਤਾਂ ਦੀ ਰਹਿਤ ਸੁਣੋ, ਉਹਨਾਂ ਦੀ ਮਹਿਮਾ ਕੋਈ ਬਿਆਨ ਕਰ ਹੀ ਨਹੀਂ ਸਕਦਾ, ਕਹਿ ਹੀ ਨਹੀਂ ਸਕਦਾ। ਰਹਾਓ ਵਰਤਨ ਜਾਂ ਕੇ ਕੇਵਲ ਨਾਮ, ਨਾਮ ਹੀ ਉਹਨਾਂ ਦੇ ਜੀਵਨ ਦਾ ਆਧਾਰ ਹੈ, ਵਰਤਨ ਹੈ। ਆਨੰਦ ਰੂਪ ਕੀਰਤਨ ਵਿਸਰਾਮ, ਆਨੰਦ ਸਰੂਪ ਰੱਬੀ ਕੀਰਤਨ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਟਿਕਾਇਆ ਹੋਇਆ। ਮਿੱਤਰ ਸਤਰ ਜਾ ਕੇ ਇੱਕ ਸਮਾਨ ਹੈ, ਦੁਸ਼ਮਣ ਤੇ ਮਿੱਤਰ ਦੋਵਾਂ ਨੂੰ ਇੱਕ ਬਰਾਬਰ ਸਮਝਦੇ ਨੇ। ਪ੍ਰਭ ਆਪਣੇ ਬਿਨ ਅਵਰ ਨਾ ਜਾਣਦਾ, ਰੱਬ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦਾ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦਰਦ ਦਰਦ ਕਰਨ ਜੀ ਕੇ ਦਾਤਾਰ, ਜਿਹੜੇ ਕਰੋੜਾਂ ਕੀ ਦੁੱਖ ਦਰਦਾਂ ਨੂੰ ਕੱਟਣ ਵਾਲਾ, ਦੂਰ ਕਰਨ ਵਾਲਾ ਜੀਵਾਂ ਦਾ ਉਹ ਦਾਤਾਰ ਪ੍ਰਭੂ, ਉਹਦੇ ਨਾਲ ਜੁੜੇ ਰਹਿੰਦੇ। ਫਿਰ ਅੱਗੇ ਸੂਰਬੀਰ ਬਚਨ ਕੇ ਬੜੇ, ਉਹ ਬਚਨਾਂ ਦੇ ਬੜੇ ਬੜੇ, ਜੋ ਕਹਿ ਦੇ ਸੋ ਪਾਰ। ਕੌਲਾ ਆਪਣੀ ਸੰਤੀ ਛੜੀ, ਜਿਹੜੀ ਕੌਲਾ ਕੌਲਾ ਕਹੀਏ ਮਾਇਆ, ਮਾਇਆ ਸੰਤਾਂ ਨੇ ਛਲ ਲਈ। ਮਾਇਆ ਲੋਕਾਂ ਨੂੰ ਛਲ ਲੈਂਦੀ ਹੈ, ਪਰ ਸੰਤਾਂ ਨੇ ਮਾਇਆ ਨੂੰ ਛਲ ਲਿਆ। ਮਾਇਆ ਨੇ ਲੋਕਾਂ ਨੂੰ ਨੱਥ ਪਾ ਦਿੱਤੀ, ਪਰ ਸਾਧੂਆਂ ਨੇ ਸੰਤਾਂ ਨੇ ਮਾਇਆ ਨੂੰ ਨੱਥ ਪਾ ਦਿੱਤੀ। ਤਾਂ ਕਾ ਸੰਗ ਬਾਛੈ ਸੁਰਦੇਵ, ਉਸ ਸਾਧੂ ਦਾ ਤੇ ਸੰਗ ਦੇਵਤੇ ਲੋਕ ਵੀ ਬਾਛਦੇ ਮੰਨਦੇ। ਅਮੋਘ ਦਰਸ਼ਨ ਸਫਲ ਜਾ ਕੇ ਸੇਵ, ਉਹਨਾਂ ਦਾ ਦਰਸ਼ਨ ਅਮੋਘ ਹੈ, ਜਿਵੇਂ ਅਮੋਘ ਬਾਣ ਹੈ ਨਾ, ਛੱਡਿਆ ਤੇ ਵਾਪਸ ਨਹੀਂ ਆਏਗਾ। ਉਹਨਾਂ ਦਾ ਦਰਸ਼ਨ ਵੀ ਇਹਦੇ ਕਮਾਲ ਦਾ ਹੈ, ਇੱਕ ਵਾਰੀ ਕੀਤਾ ਚੜ੍ਹਦੀ ਕਲਾ ਹੋ ਜਾਏਗਾ। ਉਹਨਾਂ ਦੀ ਸੇਵਾ ਸਫਲ ਹੈ। ਔਰ ਗੁਰੂ ਸਾਹਿਬ ਕਹਿੰਦੇ ਕਰ ਜੋੜ ਨਾਨਕ ਕਰੇ ਅਰਦਾਸ, ਹੱਥ ਜੋੜ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੈਂ ਅਰਦਾਸ ਕਰਨਾ, ਮਾਲਕ ਜੀ ਮੋਏ ਸੰਤ ਟਹਿਲ ਦੀਜੇ ਗੁਰਦਾਸ, ਮੈਨੂੰ ਗੁਣਾਂ ਦੇ ਮਾਲਕਾਂ ਸਾਧੂਆਂ ਦੀ ਟਹਿਲ, ਸੰਤਾਂ ਦੀ ਟਹਿਲ ਬਖਸ਼ਿਸ਼ ਕਰ। ਇਹ ਬਚਨ ਦਾ ਕੀਰਤਨ ਹੋਵੇਗਾ ਬੜੇ ਪਿਆਰ ਨਾਲ ਆਸਥਾ ਰਾਗ ਵਿੱਚ, ਔਰ ਫਿਰ ਆਪਾਂ ਸਿਮਰਨ ਵਿੱਚ ਜੁੜਾਂਗੇ। ਵਾਹਿਗੁਰੂ
अबर ना जाने कोट कोट अग काट
जी के दातारा सूरबीर बचन के बने कौला बपरी संदी छली ताका ताका संग बाछे सुरदेव अमोघ दर्शन सफल जाकी सेव कर जोड़ नानक करे अरदास मोहे संत टहलती जय गुणदास कर जोड़ नानक करे अरदास कर जोड़ संत दीजै गुणदास दीजै गुणदास संत दीजै गुणदास मोह संत दीजै गुणदास मोह संत दीजै गुणदास मोह संत दीजै गुणदास संत रहत सुनो मेरे भाई संत रहत सुनो मेरे भाई संत रहत सुनो मेरे भाई ओ आपकी महिमा कथन न जाए आपकी महिमा कथन न जाए संत रहत सुनो मेरे भाई संत रहत सुनो मेरे भाई संत रहत संत रहत सुनो संत रहत सुनो ਇਹ ਸਾਧੂਆਂ ਦੀ ਜ਼ਿੰਦਗੀ ਚਲੋ ਸਾਰੇ ਪਿਆਰ ਨਾਲ ਜੁੜੋ ਉਸ ਮਹਾਨ ਸੰਤ ਦੀ ਪਵਿੱਤਰ ਯਾਦ ਵਿੱਚ ਨਾਮ ਕਰਕੇ ਸਾਰੀ ਵਡਿਆਈ ਹੈ ਸਾਰੇ ਕਿਰਪਾ ਕਰੋ। ਵਾਹਿਗੁਰੂ
ਸਾਧ ਸੰਗਤ ਜੀ ਬੜੀ ਸਾਧਨਾ ਕੀਤੀ, ਬੜਾ ਨਾਮ ਜਪਿਆ। ਰਾਗਾਂ ਵਾਲੇ ਹੁਣ ਪਹਿਲਾਂ ਵੀ ਗਾ ਰਹੇ ਹੋਣਗੇ, ਲੱਖਾਂ ਦੀ ਤਾਦਾਦ ਦਾ ਇਕੱਠ ਉਸ ਸੰਮੇਲਨ ਨੂੰ ਸੁਣਨ ਆਵੇ। ਇਹ ਮਹਾਂਪੁਰਖਾਂ ਦੀ ਤਪੱਸਿਆ ਦਾ ਕਮਾਲ ਸੀ। ਉੱਨੀ 20 ਘੰਟੇ ਸਮਾਧੀ ਨਿਰੰਤਰ ਬੈਠ ਜਾਂਦੇ। ਬਾਹਰ ਦੀ ਖਬਰ ਹੀ ਨਹੀਂ। ਰੋਪੜ ਦੇ ਪਹਾੜਾਂ ਵਿੱਚ, ਉੱਥੇ ਖੇਤਾਂ ਵਿੱਚ ਇੱਕ ਗੁਫਾ ਵੀ ਬਣੀ ਹੋਈ ਸੀ। ਜਿੱਥੇ ਘੰਟਿਆਂ ਬੱਧੀ ਜੁੜੇ ਰਹਿੰਦੇ। ਬੜੂ ਸਾਹਿਬ ਦੀਆਂ ਬੜੀਆਂ ਉੱਚੀਆਂ ਪਹਾੜੀਆਂ ਤੇ ਆਗਾਂਤ ਵਿੱਚ ਬੇਸ਼ੁਮਾਰ ਸ਼ਬਦ ਦੀ ਕਮਾਈ ਕੀਤੀ। ਸ਼ਬਦ ਦੀ ਗੱਲ ਕਰਨ ਵਾਲੇ ਤੇ ਬਹੁਤ ਮਿਲ ਜਾਣਗੇ, ਪਰ ਸ਼ਬਦ ਦੇ ਅਭਿਆਸੀ, ਸ਼ਬਦ ਦਾ ਰੂਪ ਹੋ ਚੁੱਕੇ ਐਸੇ ਮਹਾਂਪੁਰਖ ਗੁਰੂ ਕੇ ਸਵਾਰਿਓ ਰੋਜ਼ ਰੋਜ਼ ਸੰਸਾਰ ਤੇ ਨਹੀਂ ਆਉਂਦੇ। ਹਰ ਵੇਲੇ ਹੀ ਗੱਲ ਕਹਿਣੀ, ਨਾਮ ਜਪਿਆ ਕਰ। ਮੈਂ ਕਈ ਵਾਰੀ ਸੋਚਦਾ, ਜਿਵੇਂ ਇੱਕ ਮਾਂ ਬਾਪ ਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਹੈ, ਪੁੱਤਰਾ ਤੂੰ ਪੜਨ ਜਾਇਆ ਕਰ, ਤੂੰ ਪੜਦਾ ਨਹੀਂ, ਇਹ ਠੀਕ ਨਹੀਂ। ਜਾਂ ਤੂੰ ਕੰਮ ਕਰਨ ਜਾਇਆ ਕਰ, ਕੰਮ ਕਰਿਆ ਕਰ। ਇਸੇ ਤਰ੍ਹਾਂ ਮਹਾਂਪੁਰਖ ਜਿਹੜੇ ਜਗਿਆਸੂ ਆਉਂਦੇ, ਉਹਨਾਂ ਦੀ ਆਹ ਚਿੰਤਾ ਕਰਦੇ ਵੀ ਤੂੰ ਕਿੰਨੇ ਘੰਟੇ ਬੈਠਿਆ। ਇੱਕ ਵਾਰੀ ਬਚਨ ਕਿਹਾ, ਕਹਿੰਦੇ ਵੀ ਇੱਕ ਜਗਿਆਸੂ ਨੇ ਕਿਹਾ, ਮੈਂ ਮਹਾਂਪੁਰਖ ਨੂੰ ਥੋੜਾ ਸਮਾਂ ਬੈਠ ਜਾਣਾ, ਫਿਰ ਉੱਠ ਬੈਠ। ਦੋ ਬਾਣੀਆਂ ਪੜ੍ਹ ਲੈਣਾ, ਫਿਰ ਕੰਮ ਕਾਜ ਕਰਨ ਲੱਗ ਪੈਣਾ, ਫਿਰ ਦੋ ਬਾਣੀਆਂ ਪੜ੍ਹ ਲੈਣਾ। ਬੜੀ ਲੌਜਿਕ ਭਰੀ ਗੱਲ ਅੱਗੋਂ ਬਚਨ ਕਰਦੇ ਨੇ। ਕਹਿਣ ਲੱਗੇ, ਉਹਨੇ ਪੁੱਛਿਆ ਵੀ ਇੱਕ ਤਾਂ ਟਿਕ ਕੇ ਕਰਨਾ ਚਾਹੀਦਾ ਕਿ ਤੁਰ ਫਿਰ ਕੇ ਵੀ ਕਰ ਲਈ, ਜਾਂ ਥੋੜਾ ਜਿਹਾ ਕਰ ਲਿਆ ਫਿਰ ਹੋਰ ਕੰਮ ਕਰ ਲਿਆ, ਫਿਰ ਕਰ ਲਿਆ, ਇਸ ਤਰ੍ਹਾਂ ਨਹੀਂ ਚੱਲ ਸਕਦਾ। ਮਹਾਂਪੁਰਖ ਕਹਿਣ ਲੱਗੇ, ਇਹ ਤੇ ਇਉਂ ਹੋਇਆ ਵੀ ਕਟੜੂ ਚੱਲਦੀ ਫਿਰਦੀ ਮੱਝ ਨੂੰ ਚੁੰਗੇ, ਨਾ ਮੱਝ ਨੂੰ ਚੁੰਘਾਣ ਦਾ ਸਵਾਦ ਤੇ ਨਾ ਕੱਟੇ ਨੂੰ ਚੁੰਘਣ ਦਾ ਸਵਾਦ ਹੈ। ਇਹ ਗੱਲ ਅੰਦਰ ਵਸਾਉਣ ਵਾਲੀ। ਜੇ ਆਨੰਦ ਲੈਣਾ ਹੈ, ਫਿਰ ਘੱਟੋ ਘੱਟ ਪਹਿਲਾਂ ਬੈਠਣਾ ਸਿੱਖ। ਸਾਧੂ ਮੱਤ ਵਿੱਚ ਇੱਕ ਗੱਲ ਚੱਲਦੀ, ਕਹਿੰਦੇ ਵੀ ਜਿਹਦੇ ਗਿੱਟੇ ਹੋਣ, ਗਿੱਟੇ ਜਾਣਦੇ, ਜਿਹਦੇ ਗਿੱਟੇ ਉਭਰੇ ਹੋਣ,
ਪੂਰਾ ਹੋਵੇ ਗਿੱਟਾ, ਉਹ ਕਹਿੰਦੇ ਇਹਦਾ ਮਤਲਬ ਬੈਠਕ ਨਹੀਂ ਹੈ। ਜੇ ਬੈਠਕ ਨਹੀਂ ਹੈ ਤੇ ਸਾਧਤਾ ਕੀ ਹੋਵੇ? ਉਹਦੇ ਬੈਠ ਬੈਠ ਕੇ ਪਹਿਲਾਂ ਤਨ ਕਰਕੇ ਬੈਠਣਾ, ਫਿਰ ਮਨ ਟਿਕੇਗਾ। ਜਿੰਨਾ ਟਾਈਮ ਹੋ ਸਕੇ ਬੈਠ ਕੇ ਲਾਣਾ ਉਹਨਾਂ ਨੇ। ਵਾਰ-ਵਾਰ ਜਦੋਂ ਸਿਮਰਨ ਅਭਿਆਸ ਕੈਂਪ ਲਾਉਣਾ ਤਾਂ ਉਹਨਾਂ ਨੇ ਆਪ ਪਿੱਛੇ ਅਭਿਆਸੀਆਂ ਨੇ ਬੈਠੇ ਹੋਣਾ। ਜਿਹਨੇ ਮਾੜੀ ਜੀ ਪਿੱਠ ਥੋੜੀ ਜਿਹੀ ਉਡਾ ਲੈਣੀ ਜਾਂ ਪਿੱਛੋਂ ਕੰਡ ਜਿਹੜੀ ਕੱਢ ਲੈਣੀ, ਤਾਂ ਉਹਨਾਂ ਨੇ ਫਿਰ ਆਪਣਾ ਗੋਡਾ ਲਾ ਕੇ ਸਿੱਧੀ ਕਰ ਦੇਣੀ। ਕਹਿੰਦੇ ਬਿਲਕੁਲ ਰੀੜ ਦੀ ਹੱਡੀ 90 ਡਿਗਰੀ ਤੇ ਚਾਹੀਦੀ। ਬਿਲਕੁਲ ਸਾਵਧਾਨ। ਇੰਨਾ ਫਿਕਰ ਹੁੰਦਾ ਵੀ ਮਨ ਚ ਇਉਂ ਲੱਗਦਾ ਉਹਨਾਂ ਨੂੰ ਵੇਖ ਕੇ ਵੀ ਉਹਨਾਂ ਨੂੰ ਇਹ ਇੱਛਾ ਕਿ ਵੱਧ ਤੋਂ ਵੱਧ ਇਹਨਾਂ ਨੂੰ ਨਾਮ ਜਪਾ ਦੇਣ, ਵੱਧ ਤੋਂ ਵੱਧ ਇਹਨਾਂ ਨੂੰ ਅਭਿਆਸ ਕਰਾ ਦੇਣ। ਕਿੰਨੀ ਵੱਡੀ ਫਿਕਰ ਹੈ। ਸੰਸਾਰੀ ਪੁਰਸ਼ ਨੂੰ ਆਪਣੀ ਔਲਾਦ ਲਈ ਕੇਵਲ ਸੰਸਾਰ ਦੀ ਫਿਕਰ ਹੁੰਦੀ ਹੈ, ਪਰ ਸਾਧੂਆਂ ਨੂੰ ਗੁਰੂ ਕੇ ਸਵਾਰਿਓ ਜਿਗਿਆਸੂਆਂ ਦੀ ਪਰਲੋਕ ਦੀ ਵੀ ਫਿਕਰ ਹੋਇਆ ਕਰਦੀ। ਉਹ ਕੇਵਲ ਇੱਥੋਂ ਦਾ ਨਹੀਂ ਸੋਚਦੇ, ਇੱਥੋਂ ਦਾ ਨਹੀਂ ਸੋਚਦੇ। ਉਹ ਕਹਿੰਦੇ ਜ਼ਿੰਦਗੀ ਦੇ ਕੁਝ ਸਮਾਂ ਬਤੀਤ ਕਰਕੇ ਨੇ ਅੱਗੇ ਵੀ ਜਾਣਾ ਹੈ, ਇਹਦੀ ਕੋਠੜੀ ਵਿੱਚ ਕੁਝ ਤੇ ਬੰਨ ਦੇਈ। ਇਹ ਨਾਮ ਦੀ ਵਡਿਆਈ, ਉਹ ਨਾਮ ਹੀ ਜਪਾਉਂਦੇ ਨੇ ਸਾਰੇ ਕਰਮ। ਵਾਹਿਗੁਰੂ 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 ਵਾਹਿਗੁਰੂ। ਇੱਕ ਹੋਰ ਬੇਨਤੀ ਕਰਦੇ, ਬਾਬਾ ਜੀ ਮੂਲ ਮੰਤਰ ਦਾ ਬਹੁਤ ਅਭਿਆਸ ਕਰਾਂਗੇ। ਜਦੋਂ ਸੰਗਤੀ ਰੂਪ ਵਿੱਚ ਇਸ ਤਰ੍ਹਾਂ ਹੁੰਦੇ ਗੁਰਮੰਤਰ ਦਾ ਅਭਿਆਸ ਕਰਾਂਗੇ। ਉਹਨਾਂ ਨੇ ਕਹਿਣਾ ਕਿ ਘਰ ਜਾ ਕੇ ਗੁਰਮੰਤਰ ਦਾ ਟਿਕਾਚ ਜਿਹੜਾ ਬੋਲ ਕੇ ਕਰਨਾ ਹੈ, ਇਹਨੂੰ ਕਹਿੰਦੇ ਨੇ ਵੈਖਰੀ। ਚਾਰ ਬਾਣੀਆਂ ਨੇ ਵੈਖਰੀ, ਮਧਮਾ, ਬਸੰਤੀ ਔਰ ਪਰਾ। ਉੱਥੇ ਉਹ ਕਹਿੰਦੇ ਵੀ ਬਸੰਤੀ ਵਿੱਚ ਹਿਰਦੇ ਵਿੱਚ ਸਿਮਰਨ ਕਰੋ, ਜਿੰਨਾ ਟਿਕਾ ਬਣ ਸਕੇ। ਸ਼ਬਦ ਹਿਰਦੇ ਨਾਲ ਖਹਿ ਕੇ ਲੰਘੇ। ਕਈ ਵਾਰੀ ਬੰਦਾ ਕਹਿੰਦਾ ਮੈਂ ਬਹਿ ਨਹੀਂ ਸਕਦਾ, ਸੱਚ ਵੀ ਹੈ। ਅੱਜ ਜਿਵੇਂ ਆ ਹੁਣ ਲਗਭਗ ਕਈ ਦਿਨ ਹੋ ਗਏ ਨੇ ਸਹਿਜ ਪਾਠ ਚੱਲਦੇ ਆ, ਮਹਾਂਪੁਰਖਾਂ ਦੀ ਬਰਸੀ ਸਮਾਗਮ ਨੂੰ ਸੰਬੰਧਿਤ। ਜਿਹੜੇ ਸਰੀਰ ਨਹੀਂ ਸਨ ਬੈਠ ਸਕਦੇ, ਕਹਿੰਦੇ 2 ਘੰਟੇ ਬੈਠਣਾ ਬੜਾ ਔਖਾ ਹੈ, ਹੁਣ 2.5 ਘੰਟੇ ਆਰਾਮ ਨਾਲ ਬਹਿ। ਸਰੀਰ ਨੂੰ ਤੇ ਜਿਉ ਜਿਹਾ ਹਿਲਾ ਲਈਏ, ਇਹਨੂੰ ਤੇ ਆਦਤ ਪਾਉਣ ਦੀ ਲੋੜ ਹੈ। ਹਾਂ ਇਹ ਠੀਕ ਹੈ, ਜਿਹਦਾ ਅਭਿਆਸ ਨਹੀਂ 2 4 10 ਦਿਨ ਉਹਨੇ ਗੋਡੇ ਗਿੱਟੇ ਪੀੜ ਕਰਦੇ ਰਹਿੰਦੇ। ਤੇ ਜਦੋਂ ਸਰੀਰ ਨੂੰ ਕਹਿ ਦਈਏ ਨਾ ਵੀ ਸੱਜਣਾ ਭਾਵੇਂ ਜਿਵੇਂ ਮਰਜ਼ੀ ਕਰ ਤੇਰੇ ਜੋਗਾ ਹੀ ਆ, ਫਿਰ ਉਹ ਵੀ ਕਹਿੰਦਾ ਵੀ ਹੁਣ ਮੇਰੀ ਗੱਲ ਤੇ ਸੁਣਦਾ ਨਹੀਂ, ਇਹਦੇ ਨਾਲ ਸਹਿਮਤ ਹੋ ਜਾਈ। ਜਿਹਨੂੰ ਏਸੀ ਤੋਂ ਬਿਨਾਂ ਨੀਂਦ ਨਹੀਂ ਪੈਂਦੀ, ਰੱਬ ਨਾ ਕਰੇ 10 ਦਿਨ ਬਿਜਲੀ ਚਲੀ ਜਾਏ, ਸਾਧਨ ਕੋਈ ਬਣੇ ਨਾ, 2 ਦਿਨ ਇੱਧਰ ਉੱਧਰ ਪਾਸੇ ਮਾਰੇਗਾ, ਤੀਜੇ ਦਿਨ ਕਹੇਗਾ ਵੀ ਹਾਲੀ ਬਿਜਲੀ ਮਹਿਕਮੇ ਨੇ ਕਿਹਾ 10 ਦਿਨ ਨਹੀਂ ਆਉਣੀ, ਆਰਾਮ ਨਾਲ ਸੌਂ ਜਾ।
एडी छेती ऐसी नहीं होने लगना, वो भी सहमत हो गए। शरीर नूं बिठाना फिर ਇਹਦੀ आदत बन जाती है, ये उधर ही हो तुरदा है। गुरु मेहर करे, सारे जोड़ो। वाहेगुरु वाहेगुरु ਵਾਹਿਗੁਰੂ ਵਾਹਿਗੁਰੂ ਸਾਧੂਆਂ ਦੀ ਆਸੀਸ ਵਿੱਚ, ਬੋਲਾਂ ਵਿੱਚ ਕਿੰਨਾ ਕੁ ਬਲ ਹੈ। ਭਾਈ ਗੁਰਦਾਸ ਸਾਹਿਬ ਨੇ ਕੋਈ ਉਦਾਹਰਨ ਦਿੱਤੀ, ਮੈਂ ਪਿੱਛੇ ਵੀ ਬੇਨਤੀ ਕੀਤੀ। ਕਹਿ ਲਗੇ द्रौपदी ਦੇ ਚੀਰ ਹਰਨ ਹੋ ਰਹੇ, ਵਸਤਰ ਉਤਾਰੇ ਜਾ ਰਹੇ। पर उन्होंने इन्ना कुछ करने तो बाद भी नगन नहीं कर सकते, वस्त्र नहीं उतार सकते। भाई गुरदास साहब कहते पता वो पीछे की गल है। पूछा जी तुसी दसो, उन्होंने क्या है, पुरानी एक कथा है। द्रौपदी किसी जन्म में, पिछले जन्म में नदी में पानी भर ले गए।
ਦੇਖਿਆ ਉਸ ਨਦੀ ਵਿੱਚ ਇੱਕ ਸਾਧੂ ਖਲੋਤਾ ਹੋਇਆ ਤੇ ਕੰਮ ਦਾ ਪਿਆ। ਇਸ ਬੱਚੀ ਨੇ ਵੇਖਿਆ, ਆਖਿਆ ਮਹਾਂਪੁਰਸ਼ੋ ਬਾਹਰ ਕਿਉਂ ਨਹੀਂ ਆਉਂਦੇ? ਉਹਨਾਂ ਨੇ ਜਵਾਬ ਦਿੱਤਾ, ਬੇਟਾ ਮੇਰਾ ਇਸ਼ਨਾਨ ਕਰਨ ਲੱਗਿਆ ਤੇੜ ਪਾਇਆ ਵਸਤਰ ਪਾਣੀ ਦੇ ਬਹਾਵ ਨਾਲ ਬਹਿ ਗਏ। ਮੇਰੇ ਤਨ ਤੇ ਵਸਤਰ ਨਹੀਂ ਰਿਹਾ, ਇਸ ਕਰਕੇ ਮੈਂ ਬਾਹਰ ਨਹੀਂ ਆ ਸਕਦਾ। ਕਹਿਣ ਲੱਗੇ ਉਸ ਬੱਚੀ ਨੇ ਆਪਣੇ ਸਿਰ ਦਾ ਜਿਹੜਾ ਕੱਪੜਾ ਸੀ ਅੱਧਾ ਪਾੜ ਕੇ ਸਾਧੂ ਵੱਲ ਸੁੱਟਿਆ। ਸਬਬ ਨਾਲੋਂ ਵੀ ਹੱਥ ਨਹੀਂ ਆਇਆ ਸਾਧੂ। ਉਸ ਬੱਚੀ ਨੇ ਬਾਕੀ ਰਹਿੰਦਾ ਕੱਪੜਾ ਲਾ ਕੇ ਸਾਧੂ ਵੱਲ ਸੁੱਟਿਆ। ਆਖਿਆ ਇਹਨੂੰ ਤੇੜ ਬੰਨ ਕੇ ਬਾਹਰ ਆ ਜਾ। ਸਾਧੂ ਦੇ ਹੱਥ ਵਿੱਚ ਵਸਤਰ ਆ ਗਿਆ, ਉਹਨੇ ਤੇੜ ਬੰਨਿਆ ਤੇ ਬਾਹਰ ਆ ਗਿਆ। ਬਾਹਰ ਆਇਆ ਤੇ ਪਾਣੀ ਭਰਨ ਵਾਲੀ ਇਸ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਉਸ ਸਾਧੂ ਨੇ ਬੋਲ ਕੇ, ਬੇਟਾ ਤੂੰ ਮੇਰਾ ਨੰਗੇਜ ਢੱਕਿਆ, ਕਦੀ ਮਾਲਕ ਕਿਰਪਾ ਕਰੇਗਾ ਤੇਰੇ ਤੇ ਵਿਪਤਾ ਪਵੇਗੀ, ਤੇਰੀ ਪੱਤ ਵੀ ਇਸੇ ਤਰ੍ਹਾਂ ਮਾਲਕ ਢੱਕੇ। ਕਹਿੰਦੇ ਉਹ ਸੀਸ ਦਿੱਤੀ ਮੁੱਦਤਾ ਹੋਗੀ। ਉਸ ਆਸੀਸ ਨੇ ਇੱਥੇ ਆਪਣਾ ਅਸਰ ਵਿਖਾਰ ਦਿੱਤਾ। ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ ਕੋਈ ਉਹਦਾ ਚੀਰ ਹਰ ਨਹੀਂ ਕਰ ਸਕਿਆ। ਇਹ ਭਾਈ ਗੁਰਦਾਸ ਕਹਿੰਦੇ ਨੇ ਉਦਾਹਰਨ ਦਿੱਤੀ, द्रौपदी को बीन मात्र दई जो जगदीश्वर है। एक निक्का जिहा कपड़ा द्रौपदी ने किसी जन्म में दिता साधु नूं, ओदी बदौलत तां ते सभा मद भयो बसन प्रवाज। ओदी बदौलत कहण लगे सभा दे विच वस्त्रां दे ढेर लग गए। थोड़ा जिहा कपड़ा साधु नूं दिता, ओदी एडी असीस लगी कि वस्त्रां दे ढेर लग गए। इवें तो नहीं गुरु कहते, गुरु कहते संत जना का ओगरा ओढ़ नगन न होई। साधुआं दा सधारण जिहा वस्त्र, छिथा वस्त्र जे तेनू मिल जाए, जे तू पा लिया ना, कह लगे उन्होंने पा के तेरा नगेज ढकिया जाएगा। पर रब तो टुटे होए दा रेशमी भी तेनू मिल गया। साकत रेशमी, साकत सिर पाओ रेशमी, जे साकत ते रेशमी भी तेनू मिल गए, पैरत पत कोई उन्होंने पा के तेरी इज्जत खत्म हो जाए। इन्हीं साधुआं दी बरकत सारे कृपा। साध संगत केवल 54 वरे महापुरुषां दी 54 वरे सरीरक आरबला कुल सी, पर कारज वो कर दिते जिहड़े सदियां भी कोई करदा रहे ते हो नहीं सकदा। 91 ਦਾ ਸੁਮੇਲਨ ਜਿਨ੍ਹਾਂ ਨੇ ਦੇਖੇ, ਆਪ ਮੁਹਾਰੇ ਸੰਗਤਾਂ ਪਾਣੀ ਛਿੜਕਦੀਆਂ ਨੇ, ਆਪ ਮੁਹਾਰੇ ਝਾੜੂ ਲਾਏ ਜਾ ਰਹੇ ਨੇ, ਆਪ ਮੁਹਾਰੇ ਰਾਗੀਆਂ ਦੀ ਰਹਿਸ਼ ਦੇ ਪ੍ਰਬੰਧ ਕੀਤੇ ਜਾ ਰਹੇ ਨੇ।
ਆਪ ਮੁਹਾਰੇ ਰਸਤਾ ਬਸਤਾ ਆ ਰਹੀਆਂ ਨੇ। ਲੱਖਾਂ ਦੀ ਤਾਦਾਦ ਵਿੱਚ ਛਕਦੇ ਛਕਾਉਂਦੇ ਤੇ ਆਪਸ ਵਿੱਚ ਗੱਲਾਂ ਕਰਦੇ ਤੁਰਦੇ ਜਾਂਦੇ ਨੇ ਵੀ ਇਹ ਸੰਤ ਕਿੱਥੋਂ ਆਏ ਨੇ। ਤੇ ਕੋਈ ਦਿਆਨਾ ਕੋਈ ਸਿਆਣਾ ਰੱਬ ਦੇ ਪਿਆਰ ਵਿੱਚ ਭੇਜਿਆ ਕਹਿੰਦਾ ਹੈ, ਇਹ ਰੱਬ ਕੋਲ ਹੀ ਆਏ ਨੇ, ਇਹ ਕੰਮ ਕਰਨੀ ਆਏ ਨੇ। ਛੋਟੀ ਗੱਲ ਨਹੀਂ ਗੁਰੂ ਕੇ ਸਵਾਰਿਓ, ਜਿਸ ਧਰਤੀ ਤੇ ਤੁਸੀਂ ਬੈਠੇ ਹੋ ਇਹ ਧਰਤੀ ਬਹੁਤ ਡੂੰਘੀ ਇੱਕ ਭੱਠੇ ਦੀ ਥਾਂ ਸੀ। ਕੋਈ ਸੋਚ ਸਕਦਾ ਸੀ ਜਿੱਥੇ ਇੱਟਾਂ ਸੜਦੀਆਂ ਹੋਣ, ਜਿੱਥੇ ਇੱਟਾਂ ਨੂੰ ਤਾ ਦੇ ਕੇ ਪਕਾਇਆ ਜਾਂਦਾ ਹੋਵੇ, ਉੱਥੇ ਨਾਮ ਦੀ ਠੰਡ ਵਰਤੇਗੀ? ਕੋਈ ਸੋਚ ਸਕੇ? ਇੱਥੇ ਸਮਾਂ ਪਾ ਕੇ ਨਾਮ ਦੀ ਠੰਡ ਵਰਤੇਗੀ। ਸੰਗਤ ਦੇ ਜੋੜ ਮੇਲੇ ਬਣਨਗੇ, ਦਿਨ ਰਾਤ ਉਹਦੀ ਨਾਮਦੇਵ ਦੀ ਬੰਦਗੀ ਦੇ ਗੀਤ ਗਾਏ ਜਾਣਗੇ। ਕੋਈ ਸੋਚ ਸਕਦਾ ਸੀ? ਪਰ ਹਾਂ ਕਰ ਵਿਖਾਇਆ ਇੱਕ ਸਾਧੂ ਨੇ। ਆ ਬਚਨ ਸੱਤ ਹੋ ਗਿਆ, 8 ਛੜ ਤੀਰਥ ਜੇ ਸਾਧ ਪੱਗ ਧਰੇ, ਜਿੱਥੇ ਚਰਨ ਰੱਖ ਦਿੱਤੇ ਤੀਰਥ ਬਣਾ ਦਿੱਤੀ ਜਗ੍ਹਾ, ਤੀਰਥ ਬਣਾ ਦਿੱਤੀ। ਜੁੜੋ ਉਹਨਾਂ ਦਾ ਧਿਆਨ ਕਰਕੇ। ਬਿਨ ਸੇ ਸਭ ਮੰਦਾ, ਪਤਿਤ ਧਾਰ ਪਾਰ ਬ੍ਰਹਮ ਸੰਤ ਵੇਦ ਕਹਾਂਦਾ, ਭਗਤ ਵਚਨ तेरा बिरद है, जुग जुग वरतंदा, नानक जाते कना मन तन पादा। ਵਾਹਿਗੁਰੂ
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਜੀ ਧਨ ਹੈ ਧਨ ਹੈ
ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ, ਆਪ ਜੀ ਨੇ ਅੱਜ ਇੱਥੇ ਦੀਵਾਨ ਦੀ ਸਮਾਪਤੀ ਹੈ। ਰੋਜ਼ ਇਸੇ ਤਰ੍ਹਾਂ ਪਿਆਰ ਸਹਿਤ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ। ਰੋਜ਼ ਪਿਆਰ ਨਾਲ ਆਉਣਾ, ਸਿਮਰਨ ਵਿੱਚ ਜੁੜੀਏ, ਜੀਵਨ ਸਫਲਾ ਕਰੀਏ। ਇਹਦੀਆਂ ਬੇਨਤੀਆਂ ਪ੍ਰਵਾਨ ਪਿਆਰ ਸਹਿਤ ਫਤਿਹ ਵਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ